ਬਾਹਰਲੇ ਸਾਰੇ ਕਾਲਜਾਂ ਔਰ ਸਕੂਲਾਂ ਤੋਂ ਪਹੁੰਚੇ ਹੋਏ ਸਾਰੇ ਹੀ ਸਤਿਕਾਰਤ ਸਟਾਫ ਸਾਥੀ ਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੈਥਮੈਟਿਕਸ ਵਿਭਾਗ ਵੱਲੋਂ ਬ੍ਰੇਨ ਲਰਨਿੰਗ, ਮੈਮਰੀ ਇਹਨਾਂ ਵਿਸ਼ਿਆਂ ਨਾਲ ਸੰਬੰਧਿਤ ਸਟਾਰ ਕਾਲਜ ਸਕੀਮ ਦੇ ਤਹਿਤ ਜੋ ਅੱਜ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਏ ਗਏ। I congratulate the department, I congratulate the winners। ਸਾਡਾ ਬੜਾ ਪ੍ਰੋਐਕਟਿਵ ਡਿਪਾਰਟਮੈਂਟ ਹੈ। ਉਹ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਬਾਰੇ ਗੱਲ ਕੀਤੀ, ਇੰਜਣ ਦੇ ਨਾਲ ਜੇ ਡੱਬੇ ਐਵੇਂ ਜਰੇ ਗਲੇ ਜੇ ਹੋਣ ਨਾ ਫਿਰ ਵੀ ਗੱਲ ਨਹੀਂ ਬਣਦੀ। ਇਹ ਸਾਰੇ ਹੀ ਜਿਹੜੇ ਨੇ ਦੇ ਆਰ ਪ੍ਰੋਐਕਟਿਵ ਪੀਪਲ, ਬੜੇ ਵਧੀਆ ਤਰੀਕੇ 'ਚ ਕੰਮ ਕਰ ਰਹੇ ਨੇ। ਗੁਰਮੀਤ ਸਿੰਘ ਜੀ ਗੱਲ ਕਰ ਰਹੇ ਸੀ ਮੈਮਰੀ ਦੀ, ਮੈਂ ਤਾਂ ਥੋੜੀ ਜਿਹੀ ਆ ਕੇ ਸੁਣੀ ਆ। ਬ੍ਰੇਨ ਦੀ ਲਿਮਿਟੇਸ਼ਨ ਮੇਰੇ ਬੈਠੇ ਬੈਠੇ ਯਾਦ ਆਏ ਲਾਲਾ ਹਰਦਿਆਲ ਜੀ ਦੀ ਇੱਕ ਬਹੁਤ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਕਿਤਾਬ ਹੈ ਹਿੰਟਸ ਫॉर ਸੈਲਫ ਕਲਚਰ। I feel it must be among the top 5 books of the world। ਬਹੁਤ ਕਮਾਲ ਦੀ ਕਿਤਾਬ ਆ ਐਂਡ ਸਾਨੂੰ ਉਸ ਨੂੰ ਪੰਜਾਬੀ 'ਚ ਟ੍ਰਾਂਸਲੇਟ ਕਰਨ ਦਾ ਵੀ ਸਬਬ ਬਣਿਆ। ਉਹ ਸ਼ੁਰੂ 'ਚ ਪਹਿਲੀ ਜਿਹੜੀ ਉਹਦੀ ਸਤਰ ਹੈ ਸ਼ੁਰੂ ਹੁੰਦੀ ਆ, ਉਹ ਜੋ ਕਹਿੰਦੇ ਆ ਕਿ ਗਿਆਨ ਪ੍ਰਾਪਤ ਕਰਨਾ ਸਾਡਾ ਫਰਜ਼ ਹੈ, ਪਵਿੱਤਰ ਫਰਜ਼ ਹੈ, ਟੂ ਐਕਵਾਇਰ ਨੌਲੇਜ। ਫਿਰ ਉਹ ਅੱਗੇ ਕਹਿੰਦੇ ਨੇ there is a sea of knowledge and our mind is just like a bucket। ਵੱਧ ਤੋਂ ਵੱਧ ਅਸੀਂ ਇੱਕ ਬਾਲਟੀ ਸਾਰੀ ਉਮਰ 'ਚ ਗਿਆਨ ਦੀ ਭਰ ਸਕਦੇ ਹਾਂ ਏਡੇ ਵੱਡੇ ਸਾਗਰ ਤੋਂ। ਤਾਂ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸਾਡੀ ਹਾਲਤ ਤਾਂ ਬਾਲਟੀ ਤਾਂ ਬਹੁਤ ਦੂਰ ਦੀ ਗੱਲ ਹੈ। ਕਈ ਵਾਰੀ ਅਸੀਂ ਇੱਕ ਚਮਚਾ ਵੀ ਸਾਰੀ ਜ਼ਿੰਦਗੀ ਭਰ ਗਿਆਨ ਦਾ ਹਾਸਲ ਨਹੀਂ ਕਰ ਲੈਂਦੇ, ਤੇ ਕਈ ਵਾਰੀ ਉਹ ਚਮਚਾ ਅੱਧਾ ਚਮਚਾ ਲੈ ਕੇ ਆਫਰ ਇੰਨੇ ਜਾਂਦੇ ਆ ਕਿ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਯੁਧਿਸ਼ਟਰ ਤੋਂ ਬਾਅਦ ਜੇ ਕੋਈ ਦੂਸਰਾ ਸਿਆਣਾ ਬੰਦਾ ਧਰਤੀ ਤੇ ਪੈਦਾ ਹੋਇਆ ਉਹ ਮੈਂ ਹੀ ਹੋਇਆ। ਬ੍ਰੇਨ ਦੀ ਬਿਨਾਂ ਸ਼ੱਕ ਕੋਈ ਲਿਮਿਟੇਸ਼ਨ ਨਹੀਂ, ਯਾਦਾਸ਼ਤ ਦੀ ਵੀ ਕੋਈ ਸੀਮਾ ਨਹੀਂ ਹੈਗੀ। ਜਿੰਨਾ ਮਰਜ਼ੀ ਅਸੀਂ ਚਾਹੀਏ, ਉਹ ਜਿੰਨਾ ਇਹਨਾਂ ਨੇ ਅਮਰੀਕਨ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਨਾ, ਮਸਲਾ ਇਹ ਆ ਵੀ ਅਸੀਂ ਦਿਮਾਗਾਂ ਨੂੰ ਵਰਤਣਾ ਹੀ ਛੱਡਿਆ ਹੋਇਆ। ਬਹੁਤਾ ਕੁਛ ਤਾਂ ਬਸ ਇਸ ਤਰੀਕੇ ਜੀ ਛੱਡਿਆ ਵੀ ਕੰਮ ਚੱਲੀ ਜਾਂਦਾ, ਚਲਾਈ ਚੱਲੋ। ਰੀਡਿੰਗ ਹੈਬਿਟਸ ਬਹੁਤ ਘੱਟ ਨੇ, ਸਿੱਖਣ ਸਮਝਣ ਦੀਆਂ ਹੈਬਿਟਸ ਬਹੁਤ ਘੱਟ ਨੇ, ਤੇ ਜੇ ਕਿਤੇ ਗਿਆਨ ਕਰ ਵੀ ਲਈਏ ਉਹ ਇਨਫੋਰਮੇਸ਼ਨ ਜਾਂ ਨੌਲੇਜ ਤੱਕ ਹੀ ਸੀਮਿਤ ਰਹਿੰਦਾ, ਵਿਜ਼ਡਮ ਦੇ ਵਿੱਚ ਟ੍ਰਾਂਸਫਾਰਮ ਨਹੀਂ ਹੁੰਦਾ। ਕਹਿੰਦੇ ਨਾ ਦਿਮਾਗਾਂ ਦੀ ਇੱਕ ਵਾਰੀ ਸੇਲ ਲੱਗੀ ਹੋਈ ਸੀ। ਪਹਿਲਾ ਜਿਹੜਾ ਦਿਮਾਗ ਸੀ ਪੁੱਛਿਆ ਕਿੰਨੇ ਦਾ ਜੀ, ਜੇ ਆਪਾਂ ਡਾਲਰਸ ਦੇ ਵਿੱਚ ਗੱਲ ਕਰੀਏ ਕਹਿੰਦਾ ਜੀ ਇਹ US ਡਾਲਰ 50 ਦਾ ਹੈਗਾ। ਕਹਿੰਦੇ ਜੀ ਕਿੱਥੋਂ ਦਾ? ਇਹ ਜੀ ਸਪੇਨ ਵਾਲਿਆਂ ਦਾ ਹੈਗਾ ਜੀ, ਕੰਮ ਕਰਦੇ ਆ। ਇਹ ਦੂਸਰਾ ਜੀ, ਇਹ ਕਹਿੰਦੇ ਜੀ $40 ਦਾ ਹੈਗਾ, ਇਹ ਅਮਰੀਕਾ ਵਾਲਿਆਂ ਦਾ ਹੈਗਾ। ਇਹ ਜੀ $30 ਦਾ ਹੈਗਾ। ਇਹ ਜੀ ਸਾਊਥ ਕੋਰੀਆ ਦਾ ਕਹਿ ਦਿਓ, $20 ਦਾ, ਜਾਪਾਨ ਦਾ ਕਹਿ ਦਿਓ। ਇੱਕ ਹੋਰ ਬੜਾ ਫਰੈਸ਼ ਜਿਹਾ ਪਿਆ ਸੀਗਾ, ਇਹ ਕਹਿੰਦੇ ਜੀ $1000 ਦਾ, ਬਿਲਕੁਲ ਅਣਲੱਗ ਪਿਆ, ਵਰਤਿਆ ਨਹੀਂ ਹੈਗਾ। ਸਾਡੀ ਸਮੱਸਿਆ ਕੀ ਹੋ ਗਈ ਆ, ਉਹ ਅਣਲੱਗ ਜਦੋਂ ਰੱਖਦੇ ਆ ਤਾਂ ਦੈਟ ਕ੍ਰੀਏਟਸ ਏ ਟਰਬਲ ਆਈਡੈਂਟੀਫਿਕੇਸ਼ਨ। ਮੇਰੇ ਨਾਲ ਇੱਕ ਹੋਰ ਗੱਲ ਵੀ ਬੜੀ ਵਿਟ ਵਾਲੀ ਯਾਦ ਆਉਂਦੀ ਹੈ। ਕਹਿੰਦੇ ਮੈਡੀਕਲ ਕਾਲਜ ਦੇ ਵਿੱਚ ਇੱਕ ਵਾਈਵਾ ਹੋ ਰਿਹਾ ਸੀਗਾ। ਉਹ ਵਾਈਵਾ ਹੋ ਰਿਹਾ ਸੀ, ਸਾਹਮਣੇ ਮਾਡਲ ਰੱਖਦੇ ਨੇ, ਵੂਮ ਦਾ ਮਾਡਲ, ਕੁੱਖ ਦਾ ਮਾਡਲ ਸਾਹਮਣੇ ਰੱਖਤਾ ਕਿ ਜੀ ਪਹਿਚਾਨਣਾ ਕੀ ਆ। ਇੱਕ ਕੋਈ ਵਿਚਾਰਾ ਜੀਵ ਐਸਾ ਆਇਆ ਜਿਹਨੇ ਮਿਹਨਤ ਕੀਤੀ ਨਹੀਂ ਸੀ, ਪ੍ਰੈਕਟੀਕਲ ਕੋਈ ਨਹੀਂ ਸੀ ਮੈਡੀਕਲ 'ਚ ਕੀਤਾ। ਉਹਨੇ ਕਿਹਾ ਵੀ ਦੱਸੋ ਜੀ ਇਹਨੂੰ ਪਹਿਚਾਣ ਕੇ ਕੀ ਆ। ਉਹ ਕਹਿੰਦੇ ਜੀ ਨਹੀਂ ਸਮਝ ਆਈ, ਕੋਈ ਹਿੰਟ ਦਿਓ। ਉੱਥੇ ਦੋ ਜਣੇ ਬੈਠੇ ਸੀ, ਗੁਰਮੀਤ ਸਿੰਘ ਸੀ ਜਿਹੜੇ ਵਾਈਵਾ ਲੈਣ ਵਾਲੇ, ਇੱਕ ਕੋਈ ਦਲਵਿੰਦਰ ਸਿੰਘ ਸੀ, ਇੱਕ ਕੋਈ ਮਿਸਿਸ ਹਾਂਡਾ ਸੀ। ਉਹਨੇ ਹਿੰਟ ਦਿੱਤਾ ਕਿ ਜੀ ਨਾ ਇਹ ਗੁਰਮੀਤ ਸਿੰਘ ਕੋਲੇ ਆ, ਦੇਖੋ ਮੇਰੇ ਕੋਲੇ ਆ, ਨਾ ਇਹ ਦਲਵੀਰ ਸਿੰਘ ਕੋਲੇ ਆ, ਇਹ ਸਿਰਫ ਮਿਸਿਸ ਹਾਂਡਾ ਕੋਲੇ ਆ ਜਿਹੜੀ ਇਹ ਚੀਜ਼ ਦਾ ਤੁਹਾਨੂੰ ਮਾਡਲ ਰੱਖ। ਕਹਿੰਦੀ ਫਿਰ ਤਾਂ ਬੜੀ ਆਸਾਨ ਗੱਲ ਆ, ਦਿਮਾਗ ਹੋਊਗਾ। ਸੋ ਦਿਮਾਗ ਦੇ ਬਾਰੇ ਇਹ ਕਿਹਾ ਜਾਂਦਾ ਕਿ ਜਿੰਨਾ ਇਹਨੂੰ ਪੜ੍ਹਿਆ ਜਾਂਦਾ, ਜਿੰਨਾ ਵੱਧ ਤੋਂ ਵੱਧ ਅਸੀਂ ਕਰਦੇ ਹਾਂ, ਓਨਾ ਹੀ ਸਾਡੀ ਸ਼ਾਰਪ ਹੁੰਦੇ। ਨਿੱਕਾ ਜਿਹਾ ਬੱਚਾ ਵੀ ਜਿਹਨੇ ਅਜੇ ਨਾ ਬੋਲਣਾ ਸਿੱਖਿਆ ਹੁੰਦਾ, ਜਿਹਨੇ ਅਜੇ ਨਾ ਤੁਰਨਾ ਸਿੱਖਿਆ ਹੁੰਦਾ, ਉਹ ਬੱਚਾ ਸਮਝਣਾ ਸਭ ਤੋਂ ਪਹਿਲਾਂ ਸਿੱਖਦਾ। ਬਾਕੀ ਸਾਰੀਆਂ ਜਿਹੜੀਆਂ ਦੁਨਿਆਵੀ
ਐਕਟੀਵਿਟੀਜ਼ ਨੇ ਉਦੋਂ ਬਾਅਦ ਚ ਆਉਂਦੀਆਂ ਨੇ। ਸਭ ਤੋਂ ਪਹਿਲਾਂ ਉਹਨੂੰ ਸਮਝ ਆਉਂਦੀ ਆ, ਮਤਲਬ ਇੱਕ ਦਿਨ ਦਾ ਬੱਚਾ ਵੀ ਸਮਝਣ ਵਾਲੇ ਪਾਸੇ ਤੁਰ ਜਾਂਦਾ ਕਿ ਮੇਰੀ ਕੀ ਜਿਹੜਾ ਮੈਨੂੰ ਕਿਹਾ ਜਾ ਰਿਹਾ, ਕੀ ਮੈਨੂੰ ਕਰਾਇਆ ਜਾ ਰਿਹਾ, ਉਹਦੀ ਅੰਡਰਸਟੈਂਡਿੰਗ ਇੰਨੀ ਵਿਕਸਿਤ ਹੋ ਜਾਂਦੀ ਹੈ। ਪਰ ਜਿਉਂ-ਜਿਉਂ ਵੱਡੇ ਹੁੰਦੇ ਜਾਂਦੇ ਆ, ਫਿਰ ਸਾਡੀ ਜਿਹੜੀ ਸੀਮਾ ਹੈ ਉਹ ਸੀਮਤ ਹੁੰਦੀ ਜਾਂਦੀ ਆ। ਕਿਸੇ ਨੇ ਕਮੈਂਟ ਕੀਤਾ ਸੀ, ਵਿਦ ਡਿਊ ਅਪੋਲੋਜੀ ਫਰੋਮ ਮਾਈ ਟੀਚਿੰਗ ਫਰੈਟਰਨਿਟੀ, ਉਹਨਾਂ ਨੇ ਕਿਹਾ ਸੀ, ਕਹਿੰਦਾ once a person is appointed as a regular teacher, he or she stops all kind of reading and study। ਉਦੋਂ ਲੋੜ ਨਹੀਂ ਰਹਿੰਦੀ ਪੜ੍ਹਨ ਦੀ। ਮੈਂ ਅਕਸਰ ਆਖਦਾ ਹੁੰਨਾ ਕਿ ਸਾਡੇ ਘਰਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਮੀ ਹੈ ਲਾਇਬ੍ਰੇਰੀਆਂ ਦੀ ਹੈ। ਸਾਡੇ ਘਰਾਂ 'ਚ ਕਿਤਾਬਾਂ ਬਹੁਤ ਘੱਟ ਮਿਲਣਗੀਆਂ, ਸਾਡੇ ਘਰਾਂ 'ਚ ਮੈਗਜ਼ੀਨ ਬਹੁਤ ਘੱਟ ਮਿਲਣਗੇ, ਸਾਡੇ ਘਰਾਂ 'ਚ ਅਖਬਾਰ ਬਹੁਤ ਘੱਟ ਮਿਲਣਗੇ। ਅਸੀਂ ਖਰੀਦਦੇ ਨਹੀਂ, ਸਪੈਂਡ ਨਹੀਂ ਕਰਦੇ। ਸਾਡੀਆਂ ਲਾਇਬ੍ਰੇਰੀਆਂ ਦਾ ਧਿਆਨ ਕੀਤਾ ਜਾਵੇ, ਆਈ ਕੈਨ ਵਾਊਚ ਅਪੌਨ 99% ਆਫ ਦਾ ਪੀਪਲ ਦੇਅਰ, ਉਹ ਆਪਣੇ ਸਿਲੇਬਸ ਤੋਂ ਇਲਾਵਾ ਕੋਈ ਦੂਜੀ ਕਿਤਾਬ ਨਹੀਂ ਕਢਵਾਉਂਦੇ, ਇਹ ਤੋਂ ਇਲਾਵਾ ਕੋਈ ਕਿਤਾਬ ਨਹੀਂ ਪੜ੍ਹਦੇ। ਮੈਨੂੰ ਲੱਗਦਾ ਹੁੰਦਾ ਮੈਂ ਉਹਨਾਂ ਕਿਰਪਾ ਵਾਲੇ ਲੋਕਾਂ ਚੋਂ ਹੈਗਾ। ਮੇਰੇ ਕੋਲੇ ਆਪਣੀ ਪਰਸਨਲ ਲਾਇਬ੍ਰੇਰੀ 'ਚ ਅਰਾਊਂਡ 5000 ਦੇ ਕਰੀਬ ਕਿਤਾਬ ਮੇਰੇ ਕੋਲੇ ਖਰੀਦੀ ਹੋਈ ਕਿਤਾਬ ਮੇਰੇ ਘਰ ਦੇ ਵਿੱਚ ਹੈਗੀ ਆ। ਔਰ ਮੈਂ ਤੀਸਰੀ ਜਮਾਤ 'ਚ ਜਦੋਂ ਪੜ੍ਹਦਾ ਸੀ, ਉਦੋਂ ਮੈਂ ਪਹਿਲੀ ਕਿਤਾਬ ਮੈਨੂੰ ਲਿਆ ਕੇ ਮੇਰੇ ਫਾਦਰ ਨੇ, ਨੈਸ਼ਨਲ ਬੁੱਕ ਟਰਸਟ ਦੀਆਂ ਕਿਤਾਬਾਂ ਆਉਂਦੀਆਂ ਸੀ, ਹਵਾ ਕਿਵੇਂ ਬਣੀ, ਪਾਣੀ ਕਿਵੇਂ ਬਣਿਆ। ਆਈ ਗਿਵ ਦਾ ਹੋਲ ਕ੍ਰੈਡਿਟ ਟੂ ਮਾਈ ਫਾਦਰ, ਜਿਨ੍ਹਾਂ ਨੇ। ਤਾਂ ਜੇ ਸਾਡੀ ਪੀੜ੍ਹੀ, ਨਵੀਂ ਪੀੜ੍ਹੀ ਕਿਸੇ ਵੀ ਤਰੀਕੇ ਨਾਲ ਟੁੱਟੀ ਹੋਈ ਆ, ਤਾਂ ਇਹਦੇ ਵਿੱਚ ਕਸੂਰ ਸਾਡਾ। ਮੈਂ ਨਵੀਂ ਪੀੜ੍ਹੀ ਨੂੰ ਕਦੇ ਵੀ ਜ਼ਿੰਮੇਵਾਰ ਨਹੀਂ ਠਹਿਰਾਉਂਦਾ, ਕਿਉਂਕਿ ਮੇਰੀਆਂ ਨਜ਼ਰਾਂ ਦੇ ਵਿੱਚ ਨਵੀਂ ਪੀੜ੍ਹੀ ਵੱਧ ਕੈਪੇਬਲ ਆ, ਵੱਧ ਐਫੀਸ਼ੀਐਂਟ ਆ, ਵੱਧ ਤੇਜ਼ ਆ, ਸਾਡੇ ਨਾਲੋਂ ਬਿਹਤਰ ਤਰੀਕੇ ਨਾਲ ਨਵੇਂ ਗੈਜਟਸ ਨਾਲ ਜੁੜੀ ਹੋਈ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਦੂਰ ਜੇਕਰ ਅਜੇ ਸਵੇਰਾ ਹੈ ਤਾਂ ਇਸ ਵਿੱਚ ਕਾਫੀ ਕਸੂਰ ਮੇਰਾ ਹੈ। ਮੈਂ ਕਾਲੀਆਂ ਰਾਤਾਂ ਨੂੰ ਕਿਉਂ ਕੋਸਾਂ, ਮੇਰੇ ਮਨ ਦੇ ਅੰਦਰ ਅਜੇ ਹਨੇਰਾ ਹੈ। ਅਸੀਂ ਬੀਇੰਗ ਪੇਰੈਂਟ, ਅਸੀਂ ਬੀਇੰਗ ਟੀਚਰ, ਵਾਟ ਵੀ ਡੂ, ਵੀ ਪੁੱਟ ਦਾ ਬਲੇਮ ਕਿ ਜੀ ਕਹਿਣੇ ਨਹੀਂ ਲੱਗਦੇ ਜਵਾਕ। ਅਕਸਰ ਮੈਨੂੰ ਮਾਪਿਆਂ ਤੋਂ ਵੀ, ਬੀਇੰਗ ਮਾਪੇ ਵੀ, ਜੇ ਮੈਂ ਗੱਲ ਕਰਦਾ, ਇਹ ਸ਼ਿਕਾਇਤ ਹੁੰਦੀ ਵੀ ਜਵਾਕ ਨਹੀਂ ਜੀ ਕਹਿਣੇ ਲੱਗਦੇ, ਇਹ ਸਮਝਦੇ ਨਹੀਂ ਜੀ। ਮੈਂ ਕਿਹਾ ਆਪਾਂ ਜਵਾਕਾਂ ਨੂੰ ਸਮਝਦੇ ਹਾਂ। ਇਹਦਾ ਕਿਤੇ ਨਾ ਕਿਤੇ ਸਾਡਾ ਫੋਕਸ ਜਿਹੜਾ ਹੈ ਉਹ ਡਾਈਵਰਟ ਹੋਇਆ। ਕਿਵੇਂ ਹੋਇਆ? we try to make any kind of facility for our kids, ਜਿੰਨੀ ਬਿਹਤਰ ਤੋਂ ਬਿਹਤਰ ਸਹੂਲਤ ਦਿੱਤੀ ਜਾ, ਅਸੀਂ ਵਧੀਆ ਉਹਨਾਂ ਨੂੰ ਸਟੱਡੀ ਰੂਮ ਬਣਾ ਦਾਂਗੇ, ਵਧੀਆ ਟੇਬਲ ਲੈ ਦਿਆਂਗੇ, ਵਧੀਆ ਚੀਜ਼ਾਂ ਲੈ ਦਾਂਗੇ, ਬਟ do we have time to talk to them? Do we have time to make them the beautiful people? ਉਹ ਸਾਡੇ ਕੋਲ ਮਿਸਿੰਗ ਹੈ, ਬਿਜ਼ੀ ਹੈ। ਵਪਾਰ ਵਾਲੇ ਵਪਾਰ 'ਚ ਬਿਜ਼ੀ ਨੇ, ਟੀਚਿੰਗ ਵਾਲੇ ਟੀਚਿੰਗ ਬਿਜ਼ੀ ਨੇ। ਜਿਹੜਾ ਟੀਚਰ ਆ ਉਹ ਪ੍ਰੋਪਰਟੀ ਡੀਲਰ ਬਣ ਗਿਆ, ਜਿਹੜਾ ਪ੍ਰੋਪਰਟੀ ਡੀਲਰ ਆ ਉਹ ਕਿਤੇ ਹੋਰ ਅੱਗੇ ਵੱਧ ਗਿਆ। ਮੈਂ ਬਹੁਤ ਵਾਰੀ ਅਕਸਰ ਦੇਖਦਾ ਬੜੇ ਟੀਚਰ ਜਦੋਂ ਬੈਠੇ ਡਿਸਕਸ ਕਰਦੇ ਵਿਹਲੇ ਸਮੇਂ ਪ੍ਰੋਪਰਟੀ ਦੇ ਭਾਅ ਕਰੀ ਜਾਂਦੇ ਨੇ, ਸ਼ੇਅਰਾਂ ਦੇ ਭਾਅ ਕਰੀ ਜਾਂਦੇ ਨੇ, ਜਾਂ ਹੋਰ ਕਰੀ ਜਾਂਦੇ ਨੇ। ਅਦਰਵਾਈਜ਼ ਜਿਹੜਾ ਟੀਚਰ ਸੀ ਉਹ ਮਿਸ਼ਨਰੀ ਸੀਗਾ, ਉਹਦਾ ਇੱਕ ਮਿਸ਼ਨ ਸੀ, ਯਾਰ ਮੈਂ ਆਹ ਕੰਮ ਕਰਨਾ। ਮੈਂ ਤੁਹਾਨੂੰ ਸੱਚ ਦੱਸਦਾ, ਇਹ ਸਾਰਾ ਕੁਝ ਡਿਸਟਰਬ ਕਰਦਾ। ਮੈਂ ਮੇਰੇ ਕਿਸੇ ਦੋਸਤ ਨਾਲ ਰਲਿਆ ਇਸ ਭੇਡ ਚਾਲ 'ਚ, ਮੈਂ ਉਹਨੂੰ ਕਿਹਾ ਕਿ ਜੀ ਟ੍ਰੇਡਿੰਗ ਸ਼ੇਅਰਾਂ ਦੀ ਕਰਨੀ ਆ। ਮੈਂ ਆਪਣੇ ਪ੍ਰੋਵੀਡੈਂਟ ਫੰਡ 'ਚ ਉਹਨੂੰ 1 ਲੱਖ ਰੁਪਏ ਕਢਵਾ ਕੇ ਦਿੱਤਾ। 2 ਦਿਨ ਬੈਠੇ ਸਕਰੀਨ ਦੇ ਉੱਤੇ ਲਗਾਤਾਰ ਉਹ ਸ਼ੇਅਰ ਵਾਈਬਰੇਟ ਕਰ ਰਹੇ ਨੇ, ਕਦੇ ਉਹ ਰੈੱਡ ਸਕਰੀਨ ਹੋ ਗਈ, ਉਹ ਬਹੁਤ ਫਾਸਟ ਚੱਲ ਰਿਹਾ। 2 ਦਿਨ ਮੈਂ ਉਹਦੇ ਨਾਲ ਲੱਗਿਆ ਰਿਹਾ। ਆ ਕੇ ਮੈਂ ਸਵੇਰੇ ਜਦੋਂ ਅਖਬਾਰ ਪੜ੍ਹਿਆ ਕਰਾਂ, ਮੈਂ ਸਾਰੇ ਪਹਿਲੇ, ਦੂਜੇ, ਤੀਜੇ ਸਾਰੇ ਪੇਜ ਛੱਡ ਤੇ ਪਿਛਲਾ ਪੇਜ ਪੜ੍ਹਿਆ ਕਰਾਂ ਸ਼ੇਅਰ ਮਾਰਕੀਟ ਵਾਲਾ। 5-7 ਦਿਨਾਂ ਬਾਅਦ ਮੈਨੂੰ ਰਾਤ ਨੂੰ ਮੇਰੀ ਚੈਨ ਵੀ ਗਈ, ਬੇਰਾਮੀ ਹੋਣੀ ਸ਼ੁਰੂ ਹੋ ਗਈ। ਮੈਂ ਕਿਹਾ ਵੀ ਯਾਰ ਇਹ ਤਾਂ ਮੈਂ ਆਹ ਟੇਕਨ ਰੌਂਗ ਸੀ। ਮੈਂ ਉਹਦੇ ਕੋਲ ਫੇਰ ਗਿਆ। ਮੈਂ ਕਿਹਾ ਵੀਰ, ਮੈਂ ਆਪਣੀ ਗਲਤੀ ਮੰਨਦਾ, ਮੈਂ ਇਹ ਕੰਮ ਨੂੰ ਛੱਡਣਾ ਚਾਹੁੰਦਾ। ਮੇਰੇ ਪੈਸਿਆਂ 'ਚ ਜਿੰਨੇ ਮੋੜ ਸਕਦਾ ਉਹਨੇ ਮੋੜਦੇ, ਮੈਂ ਕੰਮ ਨਹੀਂ ਕਰ ਸਕਦਾ। I'm a poet, I'm a prose writer, I'm a creative person। ਮੇਰਾ ਤਾਂ ਸਾਰਾ ਕੁਝ ਹੀ ਖਤਮ ਹੋ ਜੂਗਾ ਇਸ ਗੱਲ ਨਾਲ। ਜੇ ਮੈਂ ultimately, I'm not meant to be a share broker. If I want to be a share broker, if I want to be a share trader, I should leave my job and go directly into that kind of trading and leaving all my other things away। ਸਾਡਾ ਕੀ ਹੋ ਗਿਆ? ਸਾਡੀ ਡਾਇਕੋਟਮੀ ਹੋ ਗਈ। ਉਸ ਡਾਇਕੋਟਮੀ ਦਾ ਸਭ ਤੋਂ ਵੱਧ ਸਫਰਰ ਕੌਣ ਹੋ ਰਿਹਾ? ਉਹ ਸਮਾਜ, ਉਹ ਬੱਚੇ, ਉਹ ਨੌਜਵਾਨ ਜਿਨ੍ਹਾਂ ਨੇ ਆ ਕੇ ਅੱਗੇ ਸਾਡੀ ਵਾਗਡੋਰ ਸੰਭਾਲਣੀ ਸੀ। ਇਹੀ ਕਾਰਨ ਹੋਇਆ, ਤੁਸੀਂ ਪਿਛਲੇ ਆਜ਼ਾਦੀ ਤੋਂ ਲੈ ਕੇ ਇਤਿਹਾਸ ਫਰੋਲੋ, ਅਸੀਂ ਕੋਈ ਬਹੁਤ ਵੱਡਾ ਮੈਥਮੈਟੀਸ਼ੀਅਨ ਨਹੀਂ ਪੈਦਾ ਕਰ ਸਕੇ, ਅਸੀਂ ਕੋਈ ਬਹੁਤ ਵੱਡਾ ਸਾਇੰਟਿਸਟ ਨਹੀਂ ਪੈਦਾ ਕਰ ਸਕੇ, ਅਸੀਂ ਕੋਈ ਬਹੁਤ ਵੱਡੇ ਨੋਬਲ ਲੌਰੀਏਟ ਨਹੀਂ ਪੈਦਾ ਕਰ ਸਕੇ। ਜੇ ਅਮਰਤਿਆ ਸੈਨ ਜਾ ਕੇ ਬਣਿਆ, ਉਹ ਸਾਡੇ ਕੋਲ ਰਹਿ ਕੇ ਨਹੀਂ ਬਣਿਆ, ਛੱਡ ਗਿਆ ਸੀ ਸਾਨੂੰ।
ਅਸੀਂ ਬਹੁਤ ਵੱਡੇ ਇੰਟੈਲੈਕਚੁਅਲ ਨਹੀਂ ਪੈਦਾ ਕਰ ਸਕੇ। ਅਸੀਂ ਕੀ ਪੈਦਾ ਕੀਤੇ? ਯੈਸ ਡੈਫੀਨੇਟਲੀ ਅਸੀਂ ਉਹ IT ਪ੍ਰੋਫੈਸ਼ਨਲਸ ਪੈਦਾ ਕਰ ਲਏ, ਬਟ ਅਗੇਨ those people, they have found us as a cheap labor. They are giving us the jobs, sitting here, they are paying us in rupees and they are earning in dollars. ਅਸੀਂ ਖੁਸ਼ ਹੋ ਜਾਂਦੇ ਜਦੋਂ BPO KPO ਰਾਹੀਂ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ, ਨੌਲੇਜ ਪ੍ਰੋਸੈਸ ਆਊਟਸੋਰਸਿੰਗ, ਉਹ ਸਾਨੂੰ 30,000 40,000, ਅਸੀਂ ਰਾਤਾਂ ਨੂੰ ਜਾਗਦੇ ਉਹਨਾਂ ਲਈ। ਪਰ ਜਿਹੜੀ ਆ ਮਾਈਂਡ ਦੀ ਐਪਲੀਕੇਸ਼ਨ ਅਸੀਂ ਆਪਣੇ ਲਈ ਕਰਨੀ ਸੀ, ਦੈਟ ਇਜ਼ ਮਿਸਿੰਗ ਸਮਵੇਅਰ। ਜਿਹੜੇ ਮਾਈਂਡ ਦੀਆਂ ਕ੍ਰੀਏਟੀਵਿਟੀ, ਆਮ ਹੈਪੀ ਕਿ ਇਹਨਾਂ ਨੇ ਪ੍ਰੈਕਟੀਕਲ ਗੱਲ ਛੇੜੀ ਆ, ਲੋੜ ਪ੍ਰੈਕਟਿਸ ਦੀ ਸੀ। ਸਾਡੇ ਸਵਾਲਾਂ ਦਾ ਵੀ ਕੀ ਕੰਮ ਹੋ ਗਿਆ, ਮੈਥ ਵੀ ਥਿਊਰੀ ਹੋ ਗਿਆ, ਫਿਜ਼ਿਕਸ ਵੀ ਥਿਊਰੀ ਹੋ ਗਈ, ਕੈਮਿਸਟਰੀ ਵੀ ਥਿਊਰੀ ਹੋ ਗਈ। ਮੈਂ ਅਕਸਰ ਕਹਿਣਾ ਹੁੰਦਾ ਮੇਰੇ ਸਟਾਫ ਨੂੰ, ਟੀਚਰਸ ਨੂੰ, ਮੈਂ ਕਿਹਾ ਯਾਰ ਕੈਮਿਸਟਰੀ ਲੈਬ ਦੇ ਅੱਗੋਂ ਦੀ ਲੰਘਣਾ ਇੰਨਾ ਔਖਾ ਹੋਣਾ ਚਾਹੀਦਾ ਕਿ ਸਾਹ ਨਾ ਆਵੇ ਵੀ ਇੰਨੇ ਪ੍ਰੈਕਟੀਕਲ ਉੱਥੇ ਹੁੰਦੇ ਹੋਣ। ਦੈਟਸ ਮਿਸਿੰਗ। We totally lack the practice of science. Science ਦੀ ਥਿਊਰੀ ਪ੍ਰੈਕਟਿਸ ਚੋਂ ਬਣੀ ਸੀ, ਪ੍ਰੈਕਟਿਸ ਪਿੱਛੇ ਰਹਿ ਗਈ, ਥਿਊਰੀ ਅੱਗੇ ਆ ਗਈ। ਤੋ ਯੰਗ ਬੱਚੇ ਬੈਠੇ ਨੇ, ਸਾਨੂੰ ਆਪਣੇ ਮਾਈਂਡ ਸੈਟ ਦੇ ਵਿੱਚ ਬੜੀ ਡਰਾਸਟਿਕ ਚੇਂਜ ਲੈ ਕੇ ਆਉਣੀ ਪਊਗੀ। ਉਹ ਚੇਂਜ ਕੀ ਲਿਆਉਣੀ ਪਊ? ਜਿਹੜਾ ਇਹ ਕਹਿੰਦੇ ਸੀ ਨਾ ਸੀਮਾ ਨਹੀਂ ਹੈਗੀ, ਮੈਨੂੰ ਇਹ ਲੱਗ ਰਿਹਾ ਸਾਡੇ ਦਿਮਾਗ, ਸਾਡੀ ਮੈਮਰੀ, ਸਾਡਾ ਵਿਜ਼ਨ, ਇਹ ਗੁਰਮੀਤ ਸਿੰਘ ਜੀ ਪਤਾ ਨਹੀਂ ਕਿਹੜੇ ਪਰਸਪੈਕਟਿਵ ਤੋਂ ਕਹਿੰਦੇ ਸਾਡੇ ਦਿਮਾਗ 'ਚ ਵੀਡੀਓ ਨਹੀਂ ਚੱਲਦੀ। ਮੈਨੂੰ ਤਾਂ ਹੁਣ ਐਂ ਲੱਗਦਾ ਕਿ ਸਾਡੇ ਦਿਮਾਗਾਂ 'ਚ ਸਾਰੀ ਰਾਤ ਲੰਮੀਆਂ ਲੰਮੀਆਂ ਫਿਲਮਾਂ ਚੱਲਣ ਲੱਗ ਪਈਆਂ। ਸੁੱਤੇ ਪਿਆਂ ਦੇ ਸੁਪਨੇ ਬਰਬਾਦ ਹੋ ਗਏ ਨੇ। ਜਿਹੜੇ ਸਾਨੂੰ ਕ੍ਰੀਏਟਿਵ ਸੁਪਨੇ ਆਉਂਦੇ ਸੀ, ਜਿਹੜੇ ਚੰਗਾ ਜੀਵਨ ਜਿਉਣ ਵਾਲੇ ਸੁਪਨੇ ਆਉਂਦੇ ਸੀ, ਜਿਹੜੇ ਹੱਸਣ ਖੇਡਣ ਦੇ ਸੁਪਨੇ ਆਉਂਦੇ ਸੀ, ਉਹਦਾ ਕਾਰਨ ਕੀ ਹੋ ਗਿਆ? ਪੈਣ ਲੱਗੇ ਵੀ ਸਾਡਾ ਟਿਕ 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 ਮੋਬਾਈਲ। ਮਤਲਬ ਅਸੀਂ ਜੇ ਬਿਲਕੁਲ ਨੀਂਦ 'ਚ ਜਾਣ ਵਾਲੇ ਵੀ ਹੁੰਦੇ ਨਾ, ਫੇਰ ਵੀ ਜਿਹਦਾ ਵਾਈਬ੍ਰੇਸ਼ਨ ਤੇ ਨਹੀਂ ਹੈਗਾ ਮੋਬਾਈਲ, ਮਾੜਾ ਜਿਹਾ ਕੜਕ ਹੋ ਜੇ ਫੇਰ ਚੱਕ ਕੇ ਦੇਖਦਾ ਵੀ ਮੋਦੀ ਸਾਹਿਬ ਨੇ ਕੋਈ ਸੁਨੇਹਾ ਤਾਂ ਨਹੀਂ ਭੇਜਤਾ ਤੁਰੰਤ ਹੱਲ ਕਰਨ ਲਈ। ਸਵੇਰੇ ਉੱਠਦੇ ਸਾਰ ਅੱਖ ਪਿੱਛੋਂ ਖੁੱਲਦੀ ਆ, ਪਹਿਲਾ ਕੰਮ ਮੋਬਾਈਲ ਤੇ ਦੇਖਿਆ ਜਾਂਦਾ, ਔਰ ਇਸ ਤਰੀਕੇ 'ਚ ਦੇਖਿਆ ਜਾਂਦਾ ਜਿਵੇਂ ਆਮ ਦਾ ਓਨਲੀ ਇੰਪੋਰਟੈਂਟ ਪਰਸਨ ਆਫ ਦਾ ਕੰਟਰੀ। ਔਰ ਜੇ ਮੈਂ ਕਿਤੇ 5 ਮਿੰਟ ਚੈੱਕ ਕਰਨੋਂ ਰਹਿ ਗਿਆ, ਮੈਨੂੰ ਕਿਸੇ ਮੇਰੇ ਮਿੱਤਰ ਨੇ, ਮੈਡੀਕਲ ਸਾਇੰਸ ਦੇ ਮਿੱਤਰ ਨੇ ਗੱਲ ਕਿਹਾ ਕਿ ਇਸ ਵੇਲੇ ਸਭ ਤੋਂ ਵੱਧ ਸਮੱਸਿਆਵਾਂ ਪੇਟ ਦੀਆਂ ਨੇ। ਤੁਸੀਂ ਪ੍ਰੋਪਰ ਫਰੈਸ਼ ਨਹੀਂ ਹੁੰਦੇ, ਕਨਸਟੀਪੇਸ਼ਨ ਆਈ। ਕਹਿੰਦਾ ਉਹ ਤਾਂ ਸਭ ਤੋਂ ਵੱਡਾ ਕਾਰਨ ਇਹ ਆ, ਵਾਸ਼ਰੂਮਸ ਦੇ ਵਿੱਚ ਸਾਰੇ ਲੋਕ 99% ਆਫ ਦਾ ਪੀਪਲ ਦੇ ਕੈਰੀ ਦੇਅਰ ਮੋਬਾਈਲਸ ਵਿਦ them, ਤਵੱਜੋ ਉੱਧਰ ਹੁੰਦੀ ਹੈ। ਸਾਰਾ ਸਾਡੇ ਪੇਟ ਦੇ ਰੋਗ ਵੱਧ ਰਹੇ ਨੇ, ਸਾਡੀ ਐਸਿਡਿਟੀ ਵੱਧ ਰਹੀ ਹੈ, ਸਾਡੀਆਂ ਹੋਰ ਸਮੱਸਿਆਵਾਂ ਵੱਧ ਰਹੀਆਂ ਨੇ। ਸਾਨੂੰ ਇਹ ਡਰਾਸਟਿਕ ਚੇਂਜ ਲੈ ਕੇ ਆਉਣੀ ਪਊਗੀ ਕਿ ਇਹਨਾਂ ਗੈਜਟਸ ਨੂੰ, ਜਿਨ੍ਹਾਂ ਨੇ ਸਾਨੂੰ ਸਪੋਰਟ ਕਰਨਾ ਸੀ, ਜਿਨ੍ਹਾਂ ਨੇ ਸਾਡਾ ਅਸਿਸਟੈਂਟ ਬਣ ਕੇ ਚੱਲਣਾ ਸੀ, ਜਿਨ੍ਹਾਂ ਨੇ ਸਾਡਾ ਨੌਕਰ ਬਣ ਕੇ ਸਾਡੀ ਸੇਵਾ ਕਰਨੀ ਸੀ, ਜੋ ਅਸੀਂ ਇਹਨੂੰ ਕਹਿੰਦੇ ਉਨਾ ਕੁ ਕਰਨਾ ਸੀ, ਉਹ ਬਣ ਗਿਆ ਸਾਡਾ ਮਾਲਕ, ਪਿਓ ਬਣ ਗਿਆ ਸਾਡਾ। ਤਾਂ ਉਹ ਚਲਾਉਂਦਾ, ਅਸੀਂ ਸਾਰਾ ਦਿਨ ਦੇਖੀ ਜਾਂਦੇ। ਮਤਲਬ ਸਾਡੀ ਜਨਰੇਸ਼ਨ ਦੇ ਲੋਕ ਵੀ, ਮੈਂ ਕਾਫੀ ਹੱਦ ਤੱਕ ਕ੍ਰੀਏਟਿਵ ਵਰਤਦਾ ਸੀ, ਚੱਲਦੇ 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 ਚੱਲਦੇ। ਮੈਂ ਵੀ ਹੁਣ ਕਦੇ ਕਦੇ ਸੋਚਦਾ ਵੀ ਯਾਰ ਇਹਨੇ ਮੈਨੂੰ ਬੁਰੀ ਤਰ੍ਹਾਂ ਕਾਬੂ ਕਰ ਲਿਆ। ਕਈ ਵਾਰ ਵਿਹਲੇ ਬੈਠੇ ਹੋਰ ਕੁਛ ਨਹੀਂ, ਫੇਸਬੁੱਕ ਹੀ ਫਰੋਲੀ ਨੇ ਉਹ, ਔਰ ਉਸ ਕੋਈ ਖਾਸ ਕੰਮ ਦੀ ਗੱਲ ਨਹੀਂ ਨਿਕਲਦੀ, WhatsApp ਹੀ ਦੇਖੀ ਜਾਂਦੇ ਲੋਕਾਂ ਦੇ। ਔਰ 90% ਲੋਕਾਂ ਨੇ, 90% ਜਿਹੜੇ ਫਲਾਰਸ ਸੀ ਉਹ ਸਾਰੇ ਮੁਕਾਤੇ ਸੰਸਾਰ ਦੇ, ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ 'ਚ ਭੇਜ ਕੇ, ਉਹ ਨਾਲ ਲਾ ਕੇ ਭੇਜੀ ਜਾਂਦੇ। We need to make a change. We need to make a change in our mindset. That's what we have to do. We have to set our priorities. ਫੇਰ ਹੀ ਨੌਲੇਜ ਵਾਲੇ ਪਾਸੇ ਤੁਰਾਂਗੇ ਨਾ, ਫੇਰ ਹੀ ਬ੍ਰੇਨ ਦੀਆਂ ਐਕਸਰਸਾਈਜ਼ਸ ਹੋਣਗੀਆਂ, ਫੇਰ ਹੀ ਮੈਮਰੀ ਸ਼ਾਰਪ ਹੋਊਗੀ। ਇਸ ਮੈਮਰੀ 'ਚ ਹੁਣ ਕੀ ਪੈ ਰਿਹਾ? ਪਿਛਲੇ 3 ਮਹੀਨਿਆਂ ਤੋਂ ਇਸ ਮੈਮਰੀ 'ਚ ਸਿਵਾਏ 4 ਗੱਲਾਂ ਤੋਂ ਸਾਨੂੰ ਕੁਝ ਨਹੀਂ ਦਿਖ ਰਿਹਾ। ਉਹੀ ਗੱਲ ਪਈ ਜਾਂਦੀ ਹੈ, ਉਹੀ ਸਾਡੇ, ਔਰ ਸਾਡੇ ਮਾਈਂਡਸ ਨੂੰ ਇੰਨਾ ਕੁ ਪੋਲਿਊਟ ਕਰਕੇ ਰੱਖਤਾ। ਇਹਦੀ ਜਿਹੜੀ ਹਾਰਡ ਡਿਸਕ ਆ ਨਾ, ਰਾਈਟ ਲੈਫਟ ਤਾਂ ਮੈਨੂੰ ਲੱਗਦਾ ਮੁੱਕ ਗਏ, ਕੋਈ ਨਾ ਰਾਈਟ ਰਿਹਾ, ਨਾ ਕੋਈ ਲੈਫਟ ਰਿਹਾ, ਨਾ ਕੋਈ ਸੈਂਟਰ ਰਿਹਾ। ਇਹ ਸਾਰਾ ਕੂੜ ਕਬਾੜ ਭਰਨਾ ਸ਼ੁਰੂ ਹੋ ਗਿਆ। ਇੰਨਾ ਜ਼ਿਆਦਾ ਭਰ ਚੁੱਕਿਆ ਕਿ ਉਹਨੂੰ ਸਾਡੇ ਕੋਲੇ ਫਾਈਲਾਂ ਡਿਲੀਟ ਕਰਨ ਦਾ ਵੀ ਸਮਾਂ ਨਹੀਂ ਰਿਹਾ। ਫਾਈਲਾਂ ਆ ਰਹੀਆਂ ਨੇ, ਆ ਕਿਹੜੀਆਂ ਰਹੀਆਂ ਨੇ? ਪੁੱਠੀਆਂ ਸਿੱਧੀਆਂ। ਤੇ ਉਹਦੇ ਨਾਲ ਮੈਮਰੀ ਸ਼ਾਰਪ ਹੋਣ ਦੀ ਬਜਾਏ ਮੈਮਰੀ ਬਲੰਟ ਹੋਣ ਲੱਗ ਗਈ, ਟੈਨਸ਼ਨ 'ਚ ਰਹਿਣ ਲੱਗ ਗਏ। ਕੱਲ ਮੈਂ ਸੁਣ ਰਿਹਾ ਸੀ ਕਿਸੇ ਦੀ ਗੱਲ, ਕਹਿੰਦੇ ਟੈਨਸ਼ਨ, ਸਾਨੂੰ ਪਤਾ ਨਹੀਂ ਕਾਹਦੀ ਟੈਨਸ਼ਨ ਆ। ਹਰਿਆਣੇ ਦੀ ਕੋਈ ਗੱਲ ਸੁਣਾ ਰਿਹਾ ਸੀ ਕਿ ਤਾਊ ਕਹਿੰਦੇ ਤੀਜੀ ਛੱਤ ਦੇ ਉੱਤੇ, ਦੂਜੀ ਮੰਜ਼ਿਲ ਦੇ ਉੱਤੇ ਖੜਾ ਸੈਰ ਕਰ ਰਿਹਾ ਸੀਗਾ, ਸੈਰ ਕਰ ਰਿਹਾ ਸੀ, ਘੁੰਮ ਰਿਹਾ ਸੀ ਫਾਸਟ।
ਥੱਲੇ ਖੜੇ ਇੱਕ ਬੰਦੇ ਨੇ ਸੋਚਿਆ ਵੀ ਇਹ ਕੀ ਘੁੰਮ ਰਿਹਾ, ਕੀ ਹੋਇਆ ਇਹਨੂੰ, ਯਾਰ ਇਹ ਉਹੀ ਘੁੰਮੀ ਜਾਂਦਾ, ਗੁਆਚਿਆ ਜਿਹਾ ਹੋਇਆ ਵੀ ਪਤਾ ਨਹੀਂ ਲੱਗ ਰਿਹਾ, ਕਰ ਤਾਂ ਸੈਰ ਰਿਹਾ। अरे कहता ताऊ तेरी लड़की का एक्सीडेंट हो गया, मर गई वो ताऊ घाबर गया उसे घबराहट च कहते उन्हें छाल मारी ਜਦੋਂ ਤੀਜੀ ਮੰਜ਼ਿਲ ਤੋਂ ਦੂਜੀ ਦੇ ਨੇੜੇ ਪਹੁੰਚਿਆ ਉਹਦੇ ਯਾਦ ਆਇਆ ਯਾਰ ਮੇਰੇ ਤਾਂ ਕਹਿੰਦਾ ਕੁੜੀ ਕੋਈ ਹੈ ਹੀ ਨਹੀਂ ਸੀ। ਦੂਜੀ ਤੋਂ ਪਹਿਲੀ ਤੇ ਪਹੁੰਚਿਆ ਕਹਿੰਦਾ ਯਾਰ ਮੇਰਾ ਤਾਂ ਵਿਆਹ ਹੀ ਨਹੀਂ ਸੀ ਹੋਇਆ। ਉਹਦਾ ਨਾਮ ਸੀ ਨੱਥੂ ਲਾਲ, ਤਾਊ ਨੱਥੂ ਲਾਲ। ਜਦੋਂ ਆ ਕੇ ਥੱਲੇ ਧਰਮ ਦੇ ਡਿੱਗਿਆ ਕਹਿੰਦਾ ਯਾਰ ਮੈਨੂੰ ਤਾਂ ਰਾਮ ਲਾਲ ਕਹੇ, ਮੇਰਾ ਨਾਂ ਤਾਂ ਨੱਥੂ ਲਾਲ ਆ। ਤਿੰਨਾਂ ਗੱਲਾਂ 'ਚ ਕੋਈ ਗੱਲ ਨਹੀਂ ਸੀ ਵਾਪਰੀ, ਪਰ ਟੈਨਸ਼ਨ 'ਚ ਸੀ। ਅਸੀਂ ਸਾਰੇ ਫਜ਼ੂਲ ਦੀ ਟੈਨਸ਼ਨ ਦੇ ਵਿੱਚ ਆ। ਐਵਰੀ ਡੇ ਵੀ ਕੈਰੀ ਟੈਨਸ਼ਨ ਐਂਡ ਸਮਟਾਈਮਸ ਵੀ ਗੈਟ ਟੈਂਸ ਜਸਟ ਬਿਕਾਜ਼ ਸਾਨੂੰ ਲੱਗਦਾ ਵੀ ਯਾਰ ਅੱਜ ਸਾਨੂੰ ਕੋਈ ਟੈਨਸ਼ਨ ਹੈ ਹੀ ਨਹੀਂ। ਇਸ ਗੱਲ ਦੀ ਵੀ ਟੈਨਸ਼ਨ ਹੋਣ ਲੱਗੀ, ਸਟ੍ਰੈਸ ਹੋਣ ਲੱਗੀ। ਸੋ ਮਾਈਂਡਸ ਨੂੰ ਸਾਨੂੰ ਫ੍ਰੀ ਛੱਡਣਾ ਪਊਗਾ। ਮਾਈਂਡਸ ਨੂੰ ਸਾਨੂੰ ਰਾਹ ਦਿਖਾਉਣਾ ਪਊ ਵੀ ਇਸ ਮਾਈਂਡ ਨੇ ਕੀ ਕਰਨਾ। ਇਹ ਆਰਟਿਸਟਿਕ ਮਾਈਂਡ ਆ, ਇਹ ਕ੍ਰੀਏਟਿਵ ਮਾਈਂਡ ਆ। ਇਹ ਤਾਂ ਜ਼ਰੂਰ ਹੁੰਦਾ ਹੋਊ ਗੁਰਮੀਤ ਜੀ, ਮੈਂ ਆਮ ਨਾਟ ਏ ਮੈਨ ਫਰਮ ਥਿਊਰੀ, ਮੈਂ ਪੜ੍ਹਿਆ ਖਾਸ ਨਹੀਂ ਹੈਗਾ। ਮੈਥ ਮੈਂ ਆਪਣੀ ਜ਼ਿੰਦਗੀ 'ਚ ਉਹਨਾਂ ਕੀ ਪੜ੍ਹਿਆ, BCom 1 'ਚ ਇੱਕ ਬਣੀਆਂ ਦਾ ਮੁੰਡਾ ਮੇਰਾ ਖਾਸ ਦੋਸਤ ਸੀ, ਉਹਨੇ ਮੈਨੂੰ ਪੇਪਰ ਜੋਗਾ ਸਿਖਾਤਾ, ਇਸ ਤੋਂ ਬਾਅਦ ਮੈਨੂੰ ਆਇਆ ਨਹੀਂ। ਬਟ ਐਟ ਦਾ ਸੇਮ ਟਾਈਮ ਇੱਕ ਗਾਇਕ ਦੀ ਵੀ ਆ, ਉਹ ਜਿਹੜਾ ਹੁਣ ਜਿਸ ਬੰਦਾ ਦਾ ਕਮਾਲ ਫਾਈਨ ਆਰਟ ਦੇ ਵਿੱਚ ਹੈਗਾ, ਮਾਂ ਪਿਓ ਕਹਿੰਦਾ ਤੈਨੂੰ ਇੰਜੀਨੀਅਰ ਬਣਾ ਕੇ ਤੋਰੂੰਗਾ ਮੈਂ, ਉਹ ਕਹਿੰਦੇ ਯਾਰ ਮੈਂ ਪੇਂਟਿੰਗ ਵਧੀਆ ਬਣਾ ਸਕਦਾ, ਮੈਨੂੰ ਪੇਂਟਰ ਬਣ ਲੈਣ ਦਿਓ। ਕਹਿੰਦੇ ਨਹੀਂ ਤੈਨੂੰ ਪੇਂਟਰ ਨਹੀਂ ਬਣਨ ਦਿੰਦੇ, ਤੈਨੂੰ ਤਾਂ ਇੰਜੀਨੀਅਰ ਬਣਾਵਾਂਗੇ, IAS ਬਣਾਵਾਂਗੇ। IAS ਦੀ ਬੜੀ ਸਟ੍ਰੈਸ ਆ। ਮੇਰੇ ਮਾਂ-ਬਾਪ ਮੈਨੂੰ IAS ਬਣਾਉਣਾ ਚਾਹੁੰਦੇ ਸੀ। ਮੈਂ ਪਹਿਲੇ ਹੀ ਪੇਪਰ ਦਿੱਤਾ, ਉਹ ਪੇਪਰ ਸ਼ਾਮ ਨੂੰ ਰੱਦ ਹੋ ਗਿਆ। ਮੈਂ ਉਸੇ ਦਿਨ ਹੀ ਫੈਸਲਾ ਲੈ ਲਿਆ ਕਿ ਅੱਜ ਜਿਹੜਾ ਪੇਪਰ ਮੇਰਾ ਗੰਦੇ ਸਾਰ ਰੱਦ ਹੋਇਆ ਨਾ, ਮੇਰਾ ਫੀਲਡ ਨਹੀਂ ਹੈਗਾ, ਲੈਟ ਮੀ ਗੋ ਟੂ ਮਾਈ ਫੀਲਡ। I'm a teacher by choice. I'm not by compulsion. I had the opportunity to get the job in some corporate. ਸ਼ਾਇਦ ਇੱਥੇ ਨਾਲੋਂ ਅੱਜ 10 ਗੁਣਾ ਸੈਲਰੀ ਵੱਧ ਹੁੰਦੀ। But I prefer to be a teacher. I love teaching. I love talking to my students. I love creativity. ਉਹ ਸਾਡੇ ਕੀ ਹੋ ਗਿਆ, ਉਹ ਵਿਚਾਰੀ ਮੈਮਰੀ ਕੀ ਕਰੇ, ਬ੍ਰੇਨ ਕੀ ਕਰੇ। ਬ੍ਰੇਨ ਤਾਂ ਬਾਹਰ ਆ ਚਿੜੀਆਂ ਕਾਂ, ਉਹਦੇ ਮਨ 'ਚ ਉਹ ਕਲਪਨਾਵਾਂ ਚ ਆ ਰਹੀਆਂ ਨੇ। ਘਰ ਦੇ ਕਹਿੰਦੇ ਆ ਤੇਰੀ ਮਾਸੀ ਦਾ ਮੁੰਡਾ ਜਦੋਂ ਇੰਜੀਨੀਅਰ ਬਣਿਆ ਨਾ, ਤੈਨੂੰ ਬਣਾ ਕੇ ਹਟਾਂਗੇ। We need to make a drastic change. ਸਾਨੂੰ ਆਪਣੇ ਡਾਇਰੈਕਸ਼ਨਸ ਕਲੀਅਰ ਕਰਨੀਆਂ ਪੈਣਗੀਆਂ, where we are to go. ਸੋ ਸਾਰਾ ਵਧੀਆ ਉਪਰਾਲਾ ਇਹਨਾਂ ਨੇ ਕੀਤਾ, ਐਪਰੀਸ਼ੀਏਬਲ ਹੈ। ਮੈਥ ਦੇ ਬੰਦਿਆਂ ਨੇ ਪੋਸਟਰ ਕਾਹਦੇ ਬਣਾਏ ਜੀ? ਮੈਥਮੈਟਿਕਸ ਦੀ ਸੀ। ਓਕੇ, ਚਲੋ ਘੱਟੋ ਘੱਟ ਮੈਥਮੈਟਿਕਸ ਕ੍ਰੀਏਟਿਵਿਟੀ। ਮੈਂ ਇਸ ਗੱਲ ਦਾ ਬਹੁਤ ਵੱਡਾ ਜਿਹੜਾ ਸਪੋਰਟਰ ਰਿਹਾ। ਅਜੇ ਮੇਰਾ ਉਹਨਾਂ ਵਸ ਨਹੀਂ ਚੱਲਿਆ ਇਸ ਸਿਸਟਮ ਦੇ ਵਿੱਚ। ਮੇਰਾ ਮਨ ਇਹ ਹੁੰਦਾ ਸੀ ਕਿ BSc ਆਨਰਸ ਜਿਹੜਾ ਮੈਥ ਕਰ ਰਿਹਾ ਉਹਨੂੰ ਇੱਕ ਇਲੈਕਟਿਵ ਮਿਊਜ਼ਿਕ ਦਾ ਮਿਲਣਾ ਚਾਹੀਦਾ। ਜਿਹੜਾ BSc ਆਨਰਸ ਕੈਮਿਸਟਰੀ ਕਰ ਰਿਹਾ ਉਹਦਾ ਜੀ ਕਰਦਾ ਕਿ ਮੈਂ ਇੱਕ ਵਿਸ਼ਾ ਜਿਹੜਾ ਜਾ ਕੇ ਫੋਕ ਆਰਟ ਦਾ ਪੜ੍ਹਾਂ, ਮੈਂ ਫਾਈਨ ਆਰਟ ਦਾ ਪੜ੍ਹਾਂ। ਉਹਦਾ ਜੀ ਕਰਦਾ। ਸਾਡੇ ਤਾਂ ਦਕਿਆਨੂਸੀ ਸਿਸਟਮ ਨੇ ਫਿਕਸ ਕਰਤੀ ਫਲਾਣੀ ਡਿਗਰੀ ਹੈ ਜੀ। ਬਾਹਰਲੇ ਮੁਲਕਾਂ ਵਾਲੇ ਉਹ ਕਹਿੰਦੇ ਤੁਸੀਂ ਸਬਜੈਕਟ ਜੋੜੋ, ਉਹਦੀ ਅੱਗੇ ਡਿਗਰੀ ਬਣਾ ਦਾਂਗੇ ਤੁਹਾਨੂੰ। ਉਹ ਬੰਦਾ ਇੱਕ ਅਕਾਊਂਟਿੰਗ ਪੜ੍ਹ ਰਿਹਾ, ਦੂਜੀ ਉਹ ਫਿਜ਼ਿਕਸ ਪੜ੍ਹ ਰਿਹਾ, ਤੀਜਾ ਉਹ ਸਾਈਕੋਲੋਜੀ ਪੜ੍ਹ ਰਿਹਾ, ਚੌਥੀ ਕਲੀਨਿਕਲ ਫਾਰਮਾਕੋਲੋਜੀ ਪੜ੍ਹ ਰਿਹਾ, ਪੰਜਵਾਂ ਮਿਊਜ਼ਿਕ ਪੜ੍ਹ ਰਿਹਾ। ਦੈਟਸ ਦ ਕੰਬੀਨੇਸ਼ਨ, ਦੈਟਸ ਦ ਰੀਅਲ ਐਜੂਕੇਸ਼ਨ। ਆਪਣੇ ਸਰਕਾਰ ਨੇ ਉਹ ਇੰਟਰੋਡਿਊਸ ਕੀਤੇ ਨੇ, ਬਟ ਆਰ ਬੋਡੀਜ਼, ਆਰ ਗਵਰਨਿੰਗ ਬੋਡੀਜ਼, ਆਰ ਦ ਪੀਪਲ ਐਟ ਦ ਸੀਨੀਅਰ ਲੈਵਲ, ਦੇ ਆਰ ਸੋ ਐਡਾਮੈਂਟ, ਦੇ ਆਰ ਸੋ ਰਿਜਿਡ। ਉਹ ਉੱਥੇ ਖੜੇ ਨੇ ਕਿ ਨਹੀਂ ਜੀ ਕੁਛ ਨਹੀਂ ਬਦਲਿਆ ਜਾਊਗਾ, ਜੋ ਹੈ ਉਹ ਜੋ ਸ਼ੁਰੂ ਤੋਂ ਰੱਟਾ ਰਟਾਉਣ ਦਾ, ਤੋਤੇ ਬਣਾਉਣ ਦਾ ਸਿਲਸਿਲਾ ਚੱਲਿਆ ਹੋਇਆ, ਇਹ ਤੋਤੇ ਬਣਾਉਣਾ ਖਤਮ ਕਰਨਾ ਪਊ। ਐਜੂਕੇਸ਼ਨ ਸਿਸਟਮ ਨੂੰ ਜਿਹੜੀ ਇਹ ਚੇਂਜ ਆਵੇ ਤਾਂ ਉਹਦੇ ਮੁਤਾਬਕ ਫਿਰ ਅਸੀਂ ਇਹ ਬਹੁਤ ਵਧੀਆ ਤਰੀਕੇ 'ਚ ਗਰੋ ਕਰ ਸਕਾਂਗੇ। ਆਈ ਕੰਗ੍ਰੈਚੁਲੇਟ ਆਲ ਆਫ ਯੂ। I'm highly grateful to the colleagues ਜਿਹੜੇ ਆਪਣਾ ਸਮਾਂ ਕੱਢ ਕੇ ਇੱਥੇ ਆਏ, ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।